हेलो गाइस, कैसे हो आप सभी। आई होप यू आर वेल। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਜੀ ਇਨਵਾਇਰਮੈਂਟਲ ਅਵੇਅਰਨੈਸ ਦੇ ਬਾਰੇ। ਇਨਵਾਇਰਮੈਂਟਲ ਅਵੇਅਰਨੈਸ ਐਪ ਸੈਕਸ਼ਨ ਦਾ ਤੁਹਾਡਾ ਇੱਕ ਟੌਪਿਕ ਪੈਂਡਿੰਗ ਸੀਗਾ। ਅੱਜ ਆਪਾਂ ਉਹਦੇ ਬਾਰੇ ਡੀਪਲੀ ਕਰਾਂਗੇ ਵੀ ਇਹਦੇ ਵਿੱਚ ਕੀ ਚੀਜ਼ ਹੋਏਗੀ ਤੇ ਕਿੱਦਾਂ ਦੇ ਤੁਹਾਨੂੰ ਕੁਐਸਚਨਸ ਆ ਸਕਦੇ ਨੇ। ਫਸਟ ਆਫ ਆਲ ਹੈਗੀ ਹੈ ਜੀ ਇੰਟਰੋਡਕਸ਼ਨ ਦੇ ਵਿੱਚ ਕੀ ਚੀਜ਼ ਆ। ਇਨਵਾਇਰਮੈਂਟਲ ਇਨਕਲੂਡਸ ਆਲ ਲਿਵਿੰਗ ਐਂਡ ਨੋਨ ਲਿਵਿੰਗ ਆਬਜੈਕਟਸ। ਇਨਵਾਇਰਮੈਂਟ ਦੇ ਵਿੱਚ ਸਾਰੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਨੇ, ਚਾਹੇ ਤਾਂ ਉਹ ਜਿਉਂਦੀਆਂ ਨੇ ਜਾਂ ਫਿਰ ਮਤਲਬ ਨਿਰਜੀਵ, ਜਿਵੇਂ ਸਜੀਵ ਅਤੇ ਨਿਰਜੀਵ ਕਹਿ ਦਿੰਦੇ ਆਪਾਂ, ਲਿਵਿੰਗ ਅਤੇ ਨੋਨ ਲਿਵਿੰਗ ਆਬਜੈਕਟ। ਵੀ ਲਿਵ ਇਨ ਦ environment and use the environmental resources like air, land and water to meet our needs। ਤਾਂ ਆਪਾਂ ਆਪਣੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਫੁੱਲਫਿਲ ਕਰਨ ਵਾਸਤੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਤੇ ਉਹਦੇ ਰਿਸੋਰਸਿਸ ਵੀ ਯੂਜ਼ ਆਊਟ ਕਰਦੇ ਆ। ਡਿਵੈਲਪਮੈਂਟ ਆਲਸੋ ਮੀਨਸ ਮੀਟਿੰਗ ਦ ਨੀਡਸ ਆਫ ਦ ਪੀਪਲ। ਵਾਈਲ ਮੀਟਿੰਗ ਦ ਐਵਰ growing needs we put pressure on the environment when the pressure exceeds the carrying capacity of the environment to repair or replace itself it creates a serious problem of environment degradation। if we use any environmental resource such as the ground water beyond its limit or replacement we may lose it forever। ਹੁਣ ਮੇਨ ਚੀਜ਼ ਇਹਦੇ ਵਿੱਚ ਇਹੀ ਚੀਜ਼ ਵੀ ਜਿਸ ਤਰ੍ਹਾਂ ਜਨਸੰਖਿਆ ਵੱਧਦੀ ਗਈ ਹੈ, ਠੀਕ ਹੈ, ਘਰ ਵਗੈਰਾ ਬਣਾ ਰਹੇ ਹਾਂ ਆਪਾਂ, ਲੱਕੜਾਂ ਨੂੰ ਕੱਟੀ ਜਾ ਰਹੇ ਹਾਂ, ਜੰਗਲਾਂ ਨੂੰ ਕੱਟੀ ਜਾ ਰਹੇ ਹਾਂ, ਤਾਂ ਇੱਕ ਦਿਨ ਮਤਲਬ ਇੱਦਾਂ ਦਾ ਆ ਜਾਊਗਾ ਆਪਣੇ ਕੋਲ ਵੀ, ਠੀਕ ਹੈ, ਆਪਣੇ ਕੋਲ ਲੈਂਡ ਵੀ ਨਹੀਂ ਆਪਾਂ ਨੂੰ ਰਹਿਣ ਨੂੰ ਮਿਲਣੀ ਹੈਗੀ। ਮੇਨ ਚੀਜ਼ ਇਹਦੇ ਵਿੱਚ ਇਹ ਚੀਜ਼ ਲਿਖੀ ਹੋਈ ਆ। ਦੇਅਰਫੋਰ ਇਸ ਲਈ ਦੇਅਰ ਇਜ਼ ਅ ਨੀਡ ਟੂ ਕ੍ਰੀਏਟ, ਇਸ ਕਰਕੇ ਸਾਨੂੰ ਕ੍ਰੀਏਟ ਮਤਲਬ ਕਰਨ ਦੀ ਜ਼ਰੂਰਤ ਆ। ਕੀ ਕ੍ਰੀਏਟ ਕਰਨ ਦੀ ਜ਼ਰੂਰਤ ਆ? ਅਵੇਅਰਨੈਸ ਅਬਾਊਟ ਇਨਵਾਇਰਮੈਂਟਲ ਪ੍ਰੋਟੈਕਸ਼ਨ, ਇਨਵਾਇਰਮੈਂਟ ਨੂੰ ਸੰਭਾਲਿਆ ਜਾ ਸਕੇ। ਵਾਈਲ ਐਫਰਟਸ ਆਰ ਬੀਇੰਗ ਮੇਡ ਐਟ ਦ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਟੂ ਪ੍ਰੋਟੈਕਟ ਅਵਰ ਇਨਵਾਇਰਮੈਂਟ। ਇੰਟਰਨੈਸ਼ਨਲ ਲੈਵਲ ਤੱਕ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਛ ਕੁ ਪਾਲਿਸੀਜ਼ ਵਗੈਰਾ ਬਣਾਉਣੀਆਂ ਚਾਹੀਦੀਆਂ ਨੇ। ਇਟ ਇਜ਼ ਆਲਸੋ ਦ ਰਿਸਪੋਂਸਿਬਿਲਿਟੀ ਆਫ ਐਵਰੀ ਸਿਟੀਜ਼ਨ ਟੂ ਯੂਜ਼ ਇਨਵਾਇਰਮੈਂਟਲ ਰਿਸੋਰਸਿਸ ਵਿਦ ਕੇਅਰ ਐਂਡ ਪ੍ਰੋਟੈਕਟ ਦੈਮ ਫॉर ਡਿਗਰੇਸ਼ਨ, ਤਾਂ ਜੋ ਮਤਲਬ ਕੀ ਆ ਭੂਮੀ ਖੁਰਨ ਤੋਂ ਵੀ ਬਚਾਇਆ ਜਾ ਸਕੇ ਤੇ ਜਿਹੜੀ ਭੂਮੀ ਆ ਆਪਣੇ ਕੋਲ ਉਹਦੀ ਕੀ ਆ ਕੇਅਰ ਕੀਤੀ ਜਾ ਸਕੇ ਨੈਸ਼ਨਲ ਲੈਵਲ 'ਤੇ ਅਤੇ ਇੰਟਰਨੈਸ਼ਨਲ ਲੈਵਲ 'ਤੇ। ਅਤੇ ਇੱਦਾਂ ਦੀਆਂ ਕੁਛ ਕਿਸਮ ਪਾਲਿਸੀਜ਼ ਵਗੈਰਾ ਵੀ ਬਣਾਉਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਹੈਗਾ ਜੀ ਇਨਵਾਇਰਮੈਂਟਲ ਡਿਗਰੇਸ਼ਨਸ ਕੀ ਹੁੰਦਾ ਹੁਣ ਆਪਣੇ ਕੋਲੇ। ਇਨਵਾਇਰਮੈਂਟਲ ਕੰਸਿਸਟੈਂਟਸ ਆ ਵੈਰੀ ਇੰਪੋਰਟੈਂਟ ਪਾਰਟ ਆਫ ਅਵਰ ਲਾਈਫ, ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਆ ਆਪਣੀ ਲਾਈਫ ਦੇ ਵਿੱਚ। ਟੂ ਅੰਡਰਸਟੈਂਡ ਲਾਈਫ ਵਿਦਾਊਟ ਸਟੇਇੰਗ ਦ ਇੰਪੈਕਟ ਆਫ ਇਨਵਾਇਰਮੈਂਟ ਇਜ਼ ਸਿੰਪਲੀ ਇੰਪੋਸੀਬਲ। ਆਪਾਂ ਮਤਲਬ ਸੋਚ ਹੀ ਨਹੀਂ ਸਕਦੇ, ਇੰਪੋਸੀਬਲ ਆ ਇਨਵਾਇਰਮੈਂਟ ਤੋਂ ਬਿਨਾਂ ਆਪਣੀ ਲਾਈਫ। ਦ ਨੀਡ ਟੂ ਪ੍ਰੋਟੈਕਟ ਇਨਵਾਇਰਮੈਂਟ ਕੈਨ ਬੀ ਇਗਨੋਰਡ ਓਨਲੀ ਐਟ ਅਵਰ peer। We use environmental resources in our day-to-day life। These resources are renewable ਅਤੇ non renewable। ਹੁਣ ਜਿਹੜੇ ਆਪਣੇ ਕੋਲ ਦੁਬਾਰਾ ਬਣ ਸਕਦੇ ਨੇ, ਠੀਕ ਆ, ਰਿਨਿਊਵਲ ਆ ਗਏ, ਜਾਂ ਨੋਨ ਰਿਨਿਊਵਲ ਜਿਹੜੇ ਆਪਣੇ ਕੋਲ ਦੁਬਾਰਾ ਉਤਪੰਨ ਨਹੀਂ ਹੋ ਸਕਦੇ, ਜਿਵੇਂ ਹੁਣ ਪੈਟਰੋਲ ਵਗੈਰਾ ਵਾ, ਬਹੁਤ ਟਾਈਮ ਪਹਿਲਾਂ ਤੋਂ ਇਹ ਬਣਿਆ ਹੋਇਆ, ਇੱਕਦਮ ਤਾਂ ਨਹੀਂ ਬਣ ਸਕਦਾ ਆਪਣੇ ਕੋਲੇ। We have to be more cautious in consuming non renewable resources like coal and petroleum which are prone to depletion। ਮਤਲਬ ਉਹੀ ਚੀਜ਼ ਜੋ ਤੁਹਾਨੂੰ ਮੈਂ ਦੱਸ ਕੇ ਚੁੱਕੀ ਹਾਂ ਵੀ ਇਹ ਬਹੁਤ ਟਾਈਮ ਪਹਿਲਾਂ ਤੋਂ ਕੀ ਬਣੇ ਹੋਏ ਸੀ ਅਤੇ ਇੱਕਦਮ ਉਹਨਾਂ ਨੂੰ ਆਪਾਂ ਨਹੀਂ ਬਣਾ ਸਕਦੇ। all human activities have an impact on environment but in the last 2 centuries, 2 centuries ਤੋਂ ਆਪਣੇ ਕੋਲ the human influence on environment has increased manifold due to the rapid population। manifold ਮਤਲਬ ਕਿ ਬਹੁਤ ਜ਼ਿਆਦਾ ਮਤਲਬ ਇਹਦਾ ਯੂਜ਼ ਹੋਣ ਲੱਗ ਰਿਹਾ, ਕਿਹਦੇ ਕਰਕੇ? ਪਾਪੂਲੇਸ਼ਨ ਦੇ ਵਧਣ ਕਰਕੇ। growth and the fast development in science and technology, these two are the major factors in reducing the quality of environment and causing its degradation। ਮਤਲਬ ਕੀ ਹੈ ਜਿਹੜੀ ਭੂਮੀ ਕੋਲ ਘਟਦਾ ਜਾ ਰਿਹਾ ਆਪਣੇ ਕੋਲ, ਮੇਨ ਚੀਜ਼ ਕੀ ਆ ਆਪਣੇ ਕੋਲ ਤਾਂ ਬਹੁਤ ਜ਼ਿਆਦਾ ਯੂਜ਼ਸ ਹੋ ਰਿਹਾ। ਸੈਕਿੰਡ ਥਿੰਗ ਕੀ ਆ ਆਪਣੇ ਕੋਲੇ? ਪਾਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਆ। ਡੇਂਜਰਸ ਟੂ ਮੈਨ ਸਰਵਾਈਵਲ, ਹੁਣ ਇਹ ਚੀਜ਼ ਡੇਂਜਰ ਕਿਵੇਂ ਆ, ਮਤਲਬ ਕਿਉਂ ਖਤਰੇ ਦੀ ਕੰਗਾਰ ਪੈਦਾ ਕਰ ਰਹੀ ਹੈ ਇਨਵਾਇਰਮੈਂਟ ਆਪਣੇ ਕੋਲੇ। ਦ ਇਨਵਾਇਰਮੈਂਟਲ ਡੀਗ੍ਰੇਸ਼ਨ poses a great danger to man's own survival। It should be realized sooner than later that conservation and improvement of the environment are vital for the survival and well-being of mankind। Natural resources of land, air, water, ਜਿਵੇਂ ਆਪਾਂ ਕਹਿੰਦੇ ਵੀ ਪਾਣੀ ਨਹੀਂ ਆਪਾਂ ਸੰਭਾਲ ਸਕਦੇ, ਪਾਣੀ ਖਤਮ ਹੁੰਦਾ ਜਾ ਰਿਹਾ, ਲੈਂਡ ਭੂਮੀ ਖਤਮ ਹੁੰਦੀ ਜਾ ਰਹੀ ਆ, ਏਅਰ ਸਾਰੀ ਕੀ ਆ ਪਲੀਟ ਹੁੰਦੀ ਜਾ ਰਹੀ ਆ, have to be used wisely as a trust to ensure a healthy environment for the present and future generation। ਅਗਰ ਆਪਾਂ ਆਪਣੀਆਂ ਫਿਊਚਰ ਦੀ ਜਨਰੇਸ਼ਨਾਂ ਨੂੰ ਬਚਾਉਣਾ ਤਾਂ ਸਾਨੂੰ ਆਪਣਾ ਅੱਜ ਸੰਭਾਲਣਾ ਪਏਗਾ, ਆਪਣੇ ਇਨਵਾਇਰਮੈਂਟ ਨੂੰ ਸੰਭਾਲਣਾ ਪਏਗਾ, ਨਹੀਂ ਤਾਂ ਇਹ ਖਤਰੇ ਦੀ ਕੰਗਾਰ 'ਤੇ ਹੈਗਾ ਵਾ ਅਤੇ ਬਹੁਤ ਜ਼ਿਆਦਾ ਪਲੀਟਡ ਹੋ ਚੁੱਕਿਆ ਵਾ। ਇਨਵਾਇਰਮੈਂਟਲ ਪ੍ਰੋਬਲਮਸ ਕਿਹੜੀਆਂ ਨੇ ਜੀ ਹੁਣ ਆਪਣੇ ਕੋਲੇ। ਸਮ ਆਫ ਦਾ ਨੋਟੇਬਲ ਪ੍ਰੋਬਲਮਸ ਆਫ ਇਨਵਾਇਰਮੈਂਟ ਕੈਨ ਵੀ ਆਈਡੈਂਟੀਫਾਈਡ ਐਜ਼ ਅੰਡਰ। ਕਿਹੜੀਆਂ ਨੇ? ਸਭ ਤੋਂ ਪਹਿਲਾਂ ਕੀ ਹੈ? ਲੈਂਡ ਹੋ ਗਿਆ, ਏਅਰ ਹੋ ਗਿਆ, ਵਾਟਰ ਪੋਲਿਊਸ਼ਨ। ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਮਤਲਬ ਕੀ ਆ ਭੂਮੀ ਦੇ ਵਿੱਚ ਪੋਲਿਊਸ਼ਨ ਵੱਧ ਰਿਹਾ, ਏਅਰ ਦੇ ਵਿੱਚ ਪੋਲਿਊਸ਼ਨ ਵੱਧ ਰਿਹਾ, ਵਾਟਰ ਪੋਲਿਊਸ਼ਨ ਵੱਧ ਰਿਹਾ। ਪੋਲਿਊਸ਼ਨ ਆਫ ਲੈਂਡ ਐਂਡ ਵਾਟਰ ਹੈਜ਼ ਅਫੈਕਟਡ ਪਲਾਂਟਸ, ਐਨੀਮਲਸ ਐਂਡ ਹਿਊਮਨ ਬੀਇੰਗਸ, ਉਹਨਾਂ ਨੂੰ ਇਫੈਕਟ ਕਰ ਰਿਹਾ ਇਹ। ਦ ਕੁਆਲਿਟੀ ਆਫ ਸੋਇਲ ਇਜ਼ ਡਿਟੋਰੀਟੇਟਿੰਗ ਰਿਜ਼ਲਟਿੰਗ ਇਨ ਦ loss of agriculture land। The loss is estimated to be about 5 to 7 million hectares of land each year। Soil erosion as a result of wind,
मतलब ਇਹਦੇ ਵਿੱਚ ਸਾਰਾ ਪੋਲਿਊਸ਼ਨ ਦੇ ਬਾਰੇ ਲਿਖਣਾ ਆਪਣੇ ਕੋਲੇ ਵੀ ਆਪਣੇ ਕੋਲ ਪੋਲਿਊਸ਼ਨ ਆ ਜਿਹੜਾ ਉਹ ਕਿੱਦਾਂ ਕਿੱਦਾਂ ਹੋ ਰਿਹਾ ਵਾ ਆਪਣੇ ਕੋਲੇ। ਸੈਕਿੰਡ ਹੈਗੀ ਹੈ ਜੀ ਪਾਪੂਲੇਸ਼ਨ ਗਰੋਥ। ਫਸਟ ਦੇਖੋ ਜਿਹੜੀ ਤੁਹਾਨੂੰ ਲਾਸਟ ਮੈਂ ਰੀਡ ਆਊਟ ਕਰਾਇਆ, ਕੋਸਟ ਦਾ ਵਰਡ ਡੇਅਰਲੀ ਦ ਰਿਕੁਇਰਿੰਗ ਫਲੱਡਸ ਹੈਵ ਦੇਅਰ ਓਨ ਪੈਸਟਨ ਕਾਜ਼ਲਿਸਟ ਲਾਈਕ ਡੀਫੋਰੈਸਟੇਸ਼ਨ ਸਿਲਟ ਐਂਡ ਦਾ ਰਿਵਰ ਬੈਡ। ਇਹਦੇ ਵਿੱਚ ਸਾਰਾ ਕੁਛ ਪੋਲਿਊਸ਼ਨ ਬਾਰੇ ਲਿਖਿਆ ਹੋਇਆ ਵੀ ਜਿਹੜੇ ਪੋਲਿਊਸ਼ਨ ਨੇ ਉਹ ਕਿੱਦਾਂ ਕਿੱਦਾਂ ਹੋ ਰਹੇ ਨੇ। ਪਾਪੂਲੇਸ਼ਨ ਗਰੋਥ ਦਿਨ ਬ ਦਿਨ ਕੀ ਆ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਕੀ ਹੈ ਡੀਫੋਰੈਸਟੇਸ਼ਨ ਹੋ ਰਹੀ ਆ, ਭੂਮੀ ਘਟਦੀ ਜਾ ਰਹੀ ਆ, ਅਤੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੀ ਬਹੁਤ ਜ਼ਿਆਦਾ ਖਪਤ ਹੋ ਰਹੀ ਆ। ਅਰਬਨਾਈਜੇਸ਼ਨ ਮਤਲਬ ਕਿ ਜਿਹੜੇ ਲੋਕ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਨੇ, ਆਪਣੇ ਕੋਲ ਸ਼ਹਿਰਾਂ ਵਿੱਚ ਜਾ ਕੇ ਸਿਟੀਆਂ ਦੇ ਵਿੱਚ ਰਹਿ ਰਹੇ ਨੇ, ਜਿਹਦੇ ਕਰਕੇ ਕੀ ਆ ਪੋਲਿਊਟਡ ਸਿਟੀਜ਼ ਹੋ ਰਹੀਆਂ ਨੇ ਆਪਣੇ ਕੋਲ, ਇਨਵਾਇਰਮੈਂਟ ਕੀ ਆ ਗੰਦਾ ਹੋ ਰਿਹਾ, ਸੈਨੀਟੇਸ਼ਨ ਵਿਭਾਗ ਗੰਦਾ ਹੋ ਰਿਹਾ, ਇਲੈਕਟ੍ਰੀਸਿਟੀ ਉਹਨਾਂ ਨੂੰ ਉੱਥੇ ਜ਼ਿਆਦਾ ਚਾਹੀਦੀ ਆ, ਠੀਕ ਹੈ। ਅਤੇ ਜਿਹੜੇ ਉੱਥੇ ਜੰਗਲ ਵਗੈਰਾ ਨੇ ਉਹ ਕੱਟੇ ਜਾ ਰਹੇ ਨੇ, ਉਹਨਾਂ ਦੀ ਰਿਹਾਇਸ਼ ਵਾਸਤੇ ਉੱਥੇ ਘਰ ਬਣਾਏ ਜਾ ਰਹੇ ਨੇ ਆਪਣੇ ਕੋਲੇ, ਤਾਂ ਵੀ ਕੀ ਹੋ ਰਿਹਾ ਜਿਹੜਾ ਇਨਵਾਇਰਮੈਂਟ ਆਪਣਾ ਉਹ ਪਲੀਟ ਹੋ ਰਿਹਾ। ਇੰਡਸਟਰੀਲਾਈਜੇਸ਼ਨ ਮਤਲਬ ਕਿ ਇੰਡਸਟਰੀਜ਼ ਬਣ ਰਹੀਆਂ ਨੇ ਬਹੁਤ ਜ਼ਿਆਦਾ। ਹੁਣ ਸ਼ਹਿਰਾਂ ਦੇ ਵਿੱਚ ਦੇਖੋ, ਸ਼ਹਿਰਾਂ ਦੇ ਵਿੱਚ ਨੇੜੇ ਤੇੜੇ ਕਿੰਨੀਆਂ ਇੰਡਸਟਰੀਜ਼ ਬਣੀਆਂ ਹੋਈਆਂ ਨੇ। ਇੰਡਸਟਰੀ ਬਣਾਉਣ ਵਾਸਤੇ ਵੀ ਕੀ ਚਾਹੀਦਾ ਆਪਾਂ ਨੂੰ, ਲੈਂਡ ਚਾਹੀਦੀ ਆ। ਲੈਂਡ ਦੇ ਵਿੱਚ ਮਤਲਬ ਫਿਰ ਕੀ ਹੋਊਗਾ, ਜੰਗਲ ਕੱਟੇ ਜਾਣਗੇ, ਉੱਥੇ ਇੰਡਸਟਰੀ ਲਗਾਈ ਜਾਊਗੀ, ਉੱਥੇ ਪੋਲਿਊਸ਼ਨ ਹੋਊਗਾ, ਤਾਂ ਵੀ ਜਿਹੜਾ ਆਪਣਾ ਇਨਵਾਇਰਮੈਂਟ ਕੀ ਹੋ ਰਿਹਾ ਵਾ, ਪਲੀਟ ਹੋ ਰਿਹਾ ਵਾ। ਅਵੇਅਰਨੈਸ ਅਬਾਊਟ ਇਨਵਾਇਰਮੈਂਟਲ ਪ੍ਰੋਟੈਕਸ਼ਨ। ਹੁਣ ਅਵੇਅਰਨੈਸ ਕਰਾਉਣੀ ਕਿਉਂ ਜ਼ਰੂਰੀ ਆ, ਕੌਣ ਅਵੇਅਰਨੈਸ ਕਰਾਊਗਾ ਵੀ ਜਿਹੜਾ ਆਪਣਾ ਵਾਤਾਵਰਨ ਆ, ਆਪਣਾ ਐਟਮੋਸਫੇਅਰ ਆ, ਉਹਨੂੰ ਬਚਾਇਆ ਜਾ ਸਕੇ। ਇਨ ਦ ਪਾਸਟ 2 decades environment has attached the intention of decision makers, scientists and even linemen in many parts of the world. They are becoming increasingly consequence of issues such as the famines, droughts, floods, scarcity of fuel। ਮਤਲਬ ਜਿਵੇਂ ਆਪਾਂ ਪਹਾੜ ਉਹ ਕਹਿ ਦਿੰਦੇ ਹਾਂ, ਸੌਰੀ ਫਲੱਡ ਵਗੈਰਾ ਜਿਵੇਂ ਕਹਿ ਦਿੰਦੇ ਹਾਂ ਆਪਣੇ ਕੋਲ, ਜਿਵੇਂ ਹੜ੍ਹ ਵਗੈਰਾ ਜਿਹੜੇ ਆਉਂਦੇ ਨੇ ਉਹ ਕਿਹਨਾਂ ਕਰਕੇ ਆਉਂਦੇ ਨੇ, ਇਹਨਾਂ ਕਰਕੇ ਆਉਂਦੇ ਆ, ਕੈਮੀਕਲ ਰਿਐਕਸ਼ਨਸ ਕਰਕੇ ਆਉਂਦੇ ਨੇ ਆਪਣੇ ਕੋਲੇ। People are now aware of the need to protect the natural environment resources of air, water, soil and plant life that constitute the natural capital on which man depends। ਕਹਿੰਦੇ ਜਿਹੜੇ ਹੁਣ ਮਤਲਬ ਲੋਕ ਨੇ ਉਹਨਾਂ ਨੂੰ ਅਵੇਅਰਨੈਸ ਕਰਵਾਉਣੀ ਜ਼ਰੂਰੀ ਹੋ ਚੁੱਕੀ ਹੈ ਲੋਕਾਂ ਨੂੰ, ਵੀ ਜਿਹੜੀ ਸਾਡਾ ਇਨਵਾਇਰਮੈਂਟ ਆ ਉਹ ਤਾਂ ਹੀ ਬਚ ਸਕਦਾ ਜੇ ਮਤਲਬ ਕੀ ਆ ਉਹ ਅਵੇਅਰ ਹੋਣ ਆਪਣੇ ਇਨਵਾਇਰਮੈਂਟ ਦੇ ਬਾਰੇ, ਅਦਰਵਾਈਜ਼ ਜਿਹੜਾ ਇਨਵਾਇਰਮੈਂਟ ਆ ਪੂਰੀ ਤਰ੍ਹਾਂ ਪਲੀਟ ਹੋ ਚੁੱਕਿਆ ਵਾ। The environmental issue are important because the absence of their solution is more horrible। Unless environmental issues are not solved or not taken care of, the coming generation many find earth worth not living। The need of the plant and the needs of the person have become। ਬੱਚਿਆਂ ਨੂੰ ਮਤਲਬ ਕਿ ਹਰ ਇੱਕ ਨੂੰ ਚਾਹੀਦਾ ਵੀ ਆਪਣੇ ਇਨਵਾਇਰਮੈਂਟ ਨੂੰ ਸੇਵ ਕਰੇ, ਤਾਂ ਹੀ ਜਿਹੜਾ ਆਪਣਾ ਆਉਣ ਵਾਲੀ ਜਨਰੇਸ਼ਨ ਨੇ ਉਹ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਨੇ। ਅਦਰਵਾਈਜ਼ ਤਾਂ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਚੁੱਕਿਆ ਵੀ ਮਤਲਬ ਕਿ ਉਹਨਾਂ ਨੂੰ ਪਲੀਟਡ ਕਰਨਾ ਪਏਗਾ। There is no denying the fact that environment has to be protected and conserved so to make future life possible। Indeed, man and needs are increasing and according the environment is also being alert। Indeed, nature capacity is too of accommodating and too resonating, yet there is a limit to natural capacity, especially when pressure of exploding population and technology keep mounting। What is required is the sustenance, conservation and improvement of changing and fragile environment। ਇਹਦੇ ਵਿੱਚ ਸਾਰੀ ਚੀਜ਼ ਉਹਨਾਂ ਨੇ ਇਹੀ ਲਿਖੀ ਆ ਵੀ ਜੇ ਮਤਲਬ ਜਿਹੜੀ ਜਨਸੰਖਿਆ ਵਾ ਉਹ ਵੱਧਦੀ ਗਈ ਆ ਆਪਣੇ ਕੋਲ, ਤਾਂ ਉਹਦੇ ਅਕੋਰਡਿੰਗ ਜਿਹੜੇ ਇਨਵਾਇਰਮੈਂਟ ਦੇ ਯੂਜ਼ਸ ਵੀ ਨੇ ਵੱਧਦੇ ਗਏ ਨੇ। ਇਹਨੂੰ ਇੱਕ ਲਿਮਿਟ ਦੀ ਕੈਪੈਸਿਟੀ 'ਚ ਰੱਖਣ ਵਾਸਤੇ ਆਪਣੇ ਕੋਲ ਇਨਵਾਇਰਮੈਂਟ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਆਪਣੀਆਂ ਜਿਹੜੀਆਂ ਨਿਊ ਜਨਰੇਸ਼ਨ ਨੇ, ਨਵੀਆਂ ਜਨਰੇਸ਼ਨ ਨੇ, ਉਹਨਾਂ ਨੇ ਇਨਵਾਇਰਮੈਂਟ ਦੇ ਵਿੱਚ ਰਹਿਣਾ, ਇਨਵਾਇਰਮੈਂਟ ਦੇ ਵਿੱਚ ਨਹੀਂ, ਜਿਹੜਾ ਇਨਵਾਇਰਮੈਂਟ ਆ ਉਹ ਪੂਰੀ ਤਰ੍ਹਾਂ ਆਪਣਾ ਪਲੀਟ ਹੋ ਚੁੱਕਿਆ, ਬਹੁਤ ਇਹਦੇ ਵਿੱਚ ਪੋਲਿਊਸ਼ਨ ਆ। ਜਿਸ ਤਰ੍ਹਾਂ ਹੁਣ ਕਰੋਨਾ ਦੇ ਟਾਈਮ ਆਪਣੇ ਕੋਲ ਸਾਰਾ ਕੁਛ ਬੰਦ ਰਿਹਾ ਸੀ, ਉਸ ਟਾਈਮ ਆਪਾਂ ਕਹਿੰਦੇ ਸੀ ਵੀ ਜਿਹੜਾ ਆਪਣਾ ਇਨਵਾਇਰਮੈਂਟ ਆ ਉਹ ਸਾਫ਼ ਹੋ ਰਿਹਾ, ਕਿਉਂ? ਕਿਉਂਕਿ ਸਾਰੀ ਜਿਹੜੀ ਟ੍ਰਾਂਜੈਕਸ਼ਨ ਸੀ, ਮਤਲਬ ਸਾਰੀ ਗੱਡੀਆਂ ਸੀ, ਵਹੀਕਲ ਸੀ, ਉਹ ਸਾਰੇ ਬੰਦ ਸੀਗੇ, ਜਿਹਦੇ ਕਰਕੇ ਜਿਹੜਾ ਪੋਲਿਊਸ਼ਨ ਸੀਗੀ ਬਹੁਤ ਜ਼ਿਆਦਾ ਘੱਟ ਚੁੱਕਿਆ ਸੀ। ਨਦੀਆਂ ਕਾਫੀ ਹੱਦ ਤੱਕ ਸਾਫ਼ ਹੋ ਚੁੱਕੀਆਂ ਸੀ। ਤਾਂ ਇੱਦਾਂ ਦੀ ਹੀ ਕੰਡੀਸ਼ਨ, ਮਤਲਬ ਇੱਦਾਂ ਦੀ ਹੀ ਕੋਈ ਕਰੋਪੀ ਆਊਗੀ ਜਦੋਂ ਕੀ ਹੈ ਇਨਵਾਇਰਮੈਂਟ ਸਾਫ਼ ਹੋਏਗਾ। ਅਦਰਵਾਈਜ਼ ਇਨਵਾਇਰਮੈਂਟ ਮਤਲਬ ਜਿਹੜਾ ਪੂਰੀ ਤਰ੍ਹਾਂ ਕੀ ਹੋ ਚੁੱਕਿਆ, ਗੰਦਾ ਹੋ ਚੁੱਕਿਆ। ਸਸਟੇਨੇਬਲ ਡਿਵੈਲਪਮੈਂਟ ਕੀ ਆ ਆਪਣੇ ਕੋਲੇ ਹੁਣ? The World Commission on Environment and Development submitted its report entitled Our Common Future in 1987। This report highlighted, ਜਿਹੜੀ ਇਹ ਰਿਪੋਰਟ ਸੀ ਉਹਨੇ ਹਾਈਲਾਈਟਡ ਕੀਤਾ and popularized the concept of sustainable development। Sustainable development has been defined on meeting the needs of the present generation without compromising the need of future generation। All development activities involve some amount of environmental degradation। What is required is to take into account the damage to environment as a result of development and strike a balance between development and environmental protection। The aim ਕੀ ਹੋਣਾ ਚਾਹੀਦਾ? Aim should be to achieve sustainable levels of people's welfare and development। The primary concern is how many people can ultimately be supported by environment and
ਐਟ what level of quality of life। ਹੁਣ ਸਨਸਟੇਬਲ ਜਿਹੜਾ ਡਿਵੈਲਪਮੈਂਟ ਸੀ ਉਹਦੇ ਵਿੱਚ ਸਾਰੀਆਂ ਰਿਪੋਰਟਾਂ ਤਾਂ ਲਿਖੀਆਂ ਗਈਆਂ, ਬਟ ਉਹਦੇ ਵਿੱਚ ਮੇਨ ਕੁਐਸਚਨ ਕੀ ਸੀ, ਕਹਿੰਦੇ ਜਿਹੜਾ ਪ੍ਰਾਇਮਰੀ ਕੰਸਰਨ ਸੀ ਉਹ ਇਹੀ ਸੀਗਾ ਵੀ ਹਾਊ ਮੈਨੀ ਪੀਪਲ ਕੈਨ ਅਲਟੀਮੇਟ ਵੀ ਸਪੋਰਟਡ, ਕਿੰਨੇ ਪਰਸੈਂਟ ਜਿਹੜੇ ਲੋਕ ਨੇ ਉਹ ਅਲਟੀਮੇਟਲੀ ਸਪੋਰਟਡ ਕਰ ਰਹੇ ਨੇ ਇਨਵਾਇਰਮੈਂਟ ਨੂੰ ਸੁਧਾਰਨ ਦੇ ਲਈ ਜਾਂ ਇਨਵਾਇਰਮੈਂਟ ਦੇ ਵਿੱਚ ਨਿਊ ਚੀਜ਼ਾਂ ਲੈ ਕੇ ਆਉਣ ਵਾਸਤੇ, ਨਾ ਕਿ ਉਹਨੂੰ ਗੰਦਾ ਕਰਨ ਵਾਸਤੇ। ਦ ਗ੍ਰੀਨ ਸਕਾਲਰਸ, ਹੁਣ ਜਿਹੜੇ ਗ੍ਰੀਨ ਸਕਾਲਰ ਸੀਗੇ ਆਪਣੇ ਕੋਲ ਲਾਈਕ ਕਾਰ ਹੋ ਗਿਆ, ਬਰਾਊਨ ਹੋ ਗਿਆ, ਟਾਲਾ, ਸਕੰਪਚਰਸ ਐਂਡ ਅਦਰਸ ਆਲ ਲੇ ਸਟ੍ਰੈਸ ਔਨ ਦ ਸਸਟੇਬਲ ਆਫ ਇਨਵਾਇਰਮੈਂਟ ਟੂਗੈਦਰ ਵਿਦ ਡਿਵੈਲਪਮੈਂਟ, ਲਾਈਕ ਉੱਦਾਂ ਦੇ ਵਹੀਕਲ ਯੂਜ਼ ਕਰਨਾ ਜਿਹਨਾਂ ਨਾਲ ਕੋਈ ਪੋਲਿਊਸ਼ਨ ਨਾ ਹੋਵੇ। ਦ ਐਮਸਿਸ ਆਫ ਦ ਮੇਨ ਸਟ੍ਰੀਮ ਗ੍ਰੀਨ ਔਰ ਨਾਟ ਔਨ ਪਾਪੂਲੇਸ਼ਨ ਬਟ ਇਨਰਜੀ ਐਂਡ ਇਟਸ ਰਿਸੋਰਸਿਸ ਮੇ ਬੀ ਰੀਨਿਊਡ, ਜਿਹੜੀ એનર્ਜੀ ਸੀ ਉਹਨੂੰ ਕੀ ਕੀਤਾ ਜਾਵੇ, ਰੀਨਿਊਡ। ਜਿਵੇਂ ਆਪਾਂ ਸੋਲਰ ਕੁੱਕਰ ਕਹਿ ਦਈਏ ਤਾਂ ਉਹਦੀ એનર્ਜੀ ਕੀ ਹੁੰਦੀ ਸੀ, ਰੀਨਿਊਡ ਹੁੰਦੀ ਸੀ। ਐਂਡ ਵੀ ਕੈਪਟ ਰੀਨਿਊਇੰਗ ਦ ਵੇਸਟ ਵੀ ਚੇਂਜ ਇਨਟੂ ਰॉ ਮਟੀਰੀਅਲ, ਜਿਹੜਾ ਵੇਸਟ ਆ ਉਹਨੂੰ ਆਪਾਂ ਰॉ ਮਟੀਰੀਅਲ 'ਚ ਚੇਂਜ ਕਰ ਸਕੀਏ, ਰॉ ਮਟੀਰੀਅਲ ਇਨਟੂ ਵੇਸਟ, ਵੇਸਟ ਇਨਟੂ ਰॉ ਮਟੀਰੀਅਲ, ਰੀਸਾਈਕਲਿੰਗ ਆਫ ਵੇਸਟ ਇਜ਼ ਟੂ ਰॉ। ਜਿਵੇਂ ਆਪਾਂ 3R ਦੀ ਗੱਲ ਕਰਦੇ ਹੁੰਦੇ ਵੀ ਰੀਸਾਈਕਲ ਕਰਨੀ ਕੋਈ ਚੀਜ਼ ਆਪਣੇ ਕੋਲੇ, ਉੱਦਾਂ ਹੀ ਆਪਣੇ ਕੋਲ ਕੀ ਹੁੰਦੀ ਆ, ਰॉ ਮਟੀਰੀਅਲ ਤੋਂ ਵੀ ਆਪਾਂ ਵੇਸਟ ਤੋਂ ਤਿਆਰ ਕਰ ਸਕਦੇ ਹਾਂ, ਉਹਨੂੰ ਜਨਰੇਟ ਕਰ ਸਕਦੇ ਹਾਂ ਕਿਸੇ ਚੀਜ਼ ਨੂੰ। ਗ੍ਰੋਸ ਨੈਸ਼ਨਲ ਪ੍ਰੋਡਕਟ ਐਂਡ ਇਟਸ ਗ੍ਰੋਸ ਟਾਰਗੇਟਸ ਨੀਡ ਨਾਟ ਟੂ ਬੀ ਸਾਊਥ but should be south is the satisfaction of real number needs. The green says that gross means cancer a cancer that threatens to spread worldwide and destroy all life. They accept industry if it is on small scale and it is of purpose of self-sufficiency. They advocate extinction declaration। ਹੁਣ ਜੇ ਆਪਾਂ ਆਪਣੇ ਇਨਵਾਇਰਮੈਂਟ ਨੂੰ ਨਾ ਸਮਝਾਇਆ ਤਾਂ ਕੈਂਸਰ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਆ ਜਾਣਗੀਆਂ, ਤਾਂ ਹੀ ਮਤਲਬ ਕਿ ਉਹਨਾਂ ਦੀ ਜਿਹੜੀ ਸੰਖਿਆ ਵਾ ਉਹ ਵੱਧਦੀ ਜਾ ਰਹੀ ਹੈ, ਕਿਉਂਕਿ ਆਪਣਾ ਜਿਹੜਾ ਇਨਵਾਇਰਮੈਂਟ ਆ ਉਹ ਪੂਰੀ ਤਰ੍ਹਾਂ ਪਲੀਟ ਹੋ ਚੁੱਕਿਆ ਵਾ। ਬਾਕੀ ਇਹਦੇ ਵਿੱਚ ਲਾਸਟ ਦੇ ਤੁਸੀਂ ਰੀਡ ਆਊਟ ਕਰ ਸਕਦੇ ਹੋ, ਇਹੀ ਚੀਜ਼ ਦੱਸੀ ਹੋਈ ਹੈ ਜੀ। ਉਸ ਤੋਂ ਬਾਅਦ ਹੈਗੀ ਹੈ ਨੈਸ਼ਨਲ ਐਂਡ ਇੰਟਰਨੈਸ਼ਨਲ ਐਫਰਟ। ਹੁਣ ਨੈਸ਼ਨਲ ਅਤੇ ਇੰਟਰਨੈਸ਼ਨਲ ਐਫਰਟਸ ਨੇ ਕੀ ਹੋ ਸਕਦੇ ਨੇ, ਕੀ ਐਫਰਟਸ ਉਹ ਕਰ ਸਕਦੇ ਨੇ। ਫਸਟ ਆਫ ਆਲ ਹੈਗਾ ਜੀ conserve and develop safe healthy productive and athletic satisfying environment। ਇਹ ਚੀਜ਼ ਆਪਣੇ ਕੋਲ ਉਹਨੇ ਕੰਜ਼ਰਵ ਕਰਨੀ ਆ। upgrade develop and manage rural and urban settlement to enhance the quality of life। ਜਿਹੜੇ ਲੋਕ ਅਰਬਨ ਮਤਲਬ ਕੀ ਆ ਸ਼ਹਿਰਾਂ 'ਚ ਜਾ ਰਹੇ ਨੇ ਪਿੰਡਾਂ ਤੋਂ ਆਪਣੇ ਕੋਲ, ਠੀਕ ਹੈ, ਉਹਨਾਂ ਨੂੰ ਵੀ ਵਧੀਆ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਉਣੀ ਵੀ, ਅਤੇ ਉਹਨਾਂ ਨੂੰ ਰੂਰਲ ਏਰੀਆ ਵਿੱਚ ਹੀ ਰੱਖਣਾ, ਉਹਨਾਂ ਨੂੰ ਉੱਥੇ ਹੀ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣੀਆਂ, ਉੱਥੇ ਹੀ ਜੋਬਸ ਪ੍ਰੋਵਾਈਡ ਕਰਵਾਉਣੀਆਂ, ਤਾਂ ਜੋ ਮਾਈਗ੍ਰੇਟ ਹੀ ਨਾ ਹੋਣ ਸ਼ਹਿਰਾਂ ਵਿੱਚ ਜਾ ਕੇ। ਪਲਾਨ ਡਿਵੈਲਪਮੈਂਟ ਆਫ ਸਾਊਂਡ ਇਕੋਲੋਜੀਕਲ ਪ੍ਰਿੰਸੀਪਲ ਵਿਦ ਇਨਵਾਇਰਮੈਂਟ ਇੰਪੈਕਟ assessment and incorporating appropriate environment safeguard। environment ਦੇ ਲਈ safeguards guide ਕਰਨੇ। promote environmental safety technology, promote ਕਰਨੀ ਹੈ ਜਿਹੜੀ environmental safety technology ਨੇ, ਤਾਂ ਜੋ ਸਾਰੇ ਇਹਦੇ ਤੋਂ aware ਹੋ ਸਕਣ। conserve the biotic diversity in the country by creating nature reserve and ਜਿਵੇਂ ਆਪਾਂ ਨੇਚਰ ਦੇ ਪ੍ਰਤੀ ਕਹਿ ਦਈਏ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਹੁਣ ਆਪਣੇ ਕੋਲ ਪੇਂਟਿੰਗਸ ਹੋ ਗਈਆਂ, ਚਾਰਟਸ ਹੋ ਗਏ, ਨੇਚਰ ਦੇ ਪ੍ਰਤੀ ਬਣਾਉਣੇ, ਤਾਂ ਜੋ ਸਾਰਿਆਂ ਨੂੰ ਅਵੇਅਰਨੈਸ ਹੋਵੇ। ਅਵੇਅਰਨੈਸ ਕੈਂਪ ਲਗਾ ਸਕਦੇ ਹਾਂ ਆਪਾਂ, ਸਕੂਲਾਂ 'ਚ ਕੈਂਪ ਲੱਗ ਸਕਦੇ ਆ, ਕਾਲਜ 'ਚ ਕੈਂਪ ਲੱਗ ਸਕਦੇ ਨੇ। ਜਿਸ ਤਰ੍ਹਾਂ ਹੁਣ ਮਤਲਬ ਬੱਚਿਆਂ ਨੂੰ ਕਿਹਾ ਜਾਂਦਾ ਵੀ ਟੈਪ ਖੁੱਲ੍ਹੀ ਨਾ ਛੱਡੋ, ਪਾਣੀ ਮਤਲਬ ਕਿ ਵੇਸਟ ਹੋ ਰਿਹਾ, ਪਾਣੀ ਆਪਾਂ ਨੂੰ ਮੁੜ ਕੇ ਮਿਲਣਾ ਨਹੀਂ, ਤਾਂ ਉੱਦਾਂ ਦੀ ਚੀਜ਼ ਇੱਕ ਅਵੇਅਰਨੈਸ ਜ਼ਰੂਰੀ ਆ, ਜਿਹਦੇ ਨਾਲ ਆਪਣਾ ਜਿਹੜਾ ਇਨਵਾਇਰਮੈਂਟ ਆ ਉਹ ਕੀ ਹੋ ਸਕੇ, ਸੁਧਾਰਿਆ ਜਾ ਸਕੇ। ਇਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਇਹ ਕੰਪੋਨੈਂਟ ਟੂ ਦਾ ਪ੍ਰੋਟੈਕਸ਼ਨ ਆਫ ਇਨਵਾਇਰਮੈਂਟ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ। ਇਹਦੇ ਵਿੱਚ ਆਪਣੇ ਕੋਲ 3 ਜਾਂ 4 ਆਪਣੇ ਕੋਲ ਮੇਨ ਸੰਸਥਾਵਾਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਹਰ ਇੱਕ ਚੀਜ਼ ਆਪਾਂ ਨੂੰ ਡੀਪਲੀ ਦੱਸੀ ਆ। ਫਸਟ ਆਫ ਆਲ ਹੈਗਾ ਜੀ ਆਪਣੇ ਕੋਲ ਸਟਾਕਹੋਲਮ ਕਾਨਫਰੰਸ। ਹੁਣ ਇਹਦੇ ਵਿੱਚ ਕੀ ਕਿਹਾ ਸੀ, ਦ ਗਰੋਇੰਗ ਅਵੇਅਰਨੈਸ ਅਬਾਊਟ ਇਨਵਾਇਰਮੈਂਟਲ ਪ੍ਰੋਟੈਕਸ਼ਨ ਹੈਜ਼ ਰਿਜ਼ਲਟਡ ਇਨ ਨਿਊ ਮੇਜਰਸ ਅਕਰੋਸ ਦ ਵਰਲਡ। ਦ ਲੇਟ ਪ੍ਰਾਈਮ ਮਿਨਿਸਟਰ ਮਿਸਿਸ ਇੰਦਰਾ ਗਾਂਧੀ ਵਾਜ਼ ਦ ਓਨਲੀ ਹੈਡ ਆਫ ਦ ਗਵਰਨਮੈਂਟ ਅਟੈਂਡਿੰਗ ਦ 1972। ਜਿਹੜੀ ਹੁਣ ਇੰਦਰਾ ਗਾਂਧੀ ਸੀ ਆਪਣੇ ਕੋਲੇ, ਉਹਨੇ 1972 ਦੇ ਵਿੱਚ ਸਟਾਕਹੋਲਮ ਕਾਨਫਰੰਸ which was called the UN Conference on Human Environment। ਉਹਨੇ ਇੱਕ ਕਾਨਫਰੰਸ ਰੱਖੀ ਸੀ 1972 ਦੇ ਵਿੱਚ, ਜਿਹਨੂੰ ਆਪਾਂ ਸਟਾਕਹੋਲਮ ਕਾਨਫਰੰਸ ਕਹਿੰਦੇ ਸੀ, ਅਤੇ ਇਹਦੇ ਵਿੱਚ ਉਹਨੇ ਕੀ ਕਿਹਾ ਸੀਗਾ ਵੀ UN Conference on Human Environment ਦੇ ਉੱਤੇ ਸੀ ਇਹ। The RIO Conference 20 years later was called the UNA Conference on Environment and Development। 20 ਸਾਲਾਂ ਬਾਅਦ ਜਿਹੜੀ ਇਹੀ ਕਾਨਫਰੰਸ ਸੀ ਉਹਨੂੰ ਕੀ ਨਾਮ ਦਿੱਤਾ ਗਿਆ ਸੀ, UNA Conference on Environment and Development। It was Mrs. Gandhi who first pointed out, ਮਿਸਿਸ ਗਾਂਧੀ ਸੀਗੀ ਜਿਹਨੇ ਫਸਟ ਪੁਆਇੰਟਡ ਆਊਟ ਦੈਟ ਪਾਵਰਟੀ ਵਾਜ਼ ਦਾ greatest polluted and unless it was the eliminated through national and international efforts it was vital to take about protecting the planet from environmental disaster। ਉਹਨੇ ਵੀ ਇਹੀ ਕਿਹਾ ਸੀ ਵੀ ਆਪਣੇ ਕੋਲੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਆਪਣੇ ਕੋਲੇ ਇਨਵਾਇਰਮੈਂਟ ਏਜੰਸੀਆਂ ਨੇ, ਜਾਂ ਠੀਕ ਹੈ ਇਨਵਾਇਰਮੈਂਟ ਦੇ ਥਰੂ ਹਰ ਇੱਕ ਚੀਜ਼ ਨੂੰ ਪੋਲਿਊਟਡ ਤੋਂ ਬਚਾਉਣਾ ਵਾ।
ਮੇਨ ਉਹਦਾ ਮਕਸਦ ਇਹੀ ਸੀਗਾ। UNDP ਦਾ ਵਰਲਡ ਬੈਂਕ ਐਂਡ ਅਦਰ ਇੰਸਟੀਟਿਊਸ਼ਨ ਆਫ ਦ UN ਸਿਸਟਮ ਆਰ ਨਾਓ ਐਡਵੋਕੇਟਿੰਗ ਦ ਐਲੀਮੀਨੇਸ਼ਨ ਆਫ ਪਾਵਰਟੀ ਮਤਲਬ ਗਰੀਬੀ, ਐਲੀਮੀਨੇਟ ਕਰਨਾ ਗਰੀਬੀ ਨੂੰ, ਐਜ਼ ਦ ਸੈਂਟਰਲ ਟਾਸਕ ਇਨ ਦ ਸਸਟੇਨੇਬਲ ਡਿਵੈਲਪਮੈਂਟ। ਇੰਡੀਡ ਇਨਵਾਇਰਮੈਂਟ ਐਂਡ ਡਿਵੈਲਪਮੈਂਟ policies are seen as conflicting each other. The conflicted between the requirement of long-term environment interactive and the immediate completions of development is certainly to be resolved, but any world order cannot be sustainable if therefore a fourth of its population continues to live in poverty. Environmental rights and development rights together constitute the democratic and human rights of all the people of the world। ਤਾਂ ਇਹਦੇ ਵਿੱਚ ਸਾਰੀ ਵਿੱਚ ਜਿਹੜੀ ਸਟਾਕਲੈਂਡ ਕਾਨਫਰੰਸ ਸੀ ਉਹਦੇ ਵਿੱਚ ਜਿਹੜੀ ਇੰਦਰਾ ਗਾਂਧੀ ਸੀ ਉਹਨੇ ਇਹੀ ਚੀਜ਼ ਕਹੀ ਸੀ ਆਪਣੇ ਕੋਲੇ। ਉਹਨੇ ਮੇਨ ਚੀਜ਼ ਆਪਣੇ ਕੋਲ ਜਿਹੜੀ ਕਾਨਫਰੰਸ ਸੀ ਉਹਦਾ ਮੇਨ ਮਕਸਦ ਕਾਨਫਰੰਸ ਦੇ ਵਿੱਚ ਇਹੀ ਸੀਗਾ ਵੀ ਜਿਹੜਾ ਆਪਣਾ ਇਨਵਾਇਰਮੈਂਟ ਆ ਉਹਨੂੰ ਆਪਾਂ ਪਲੀਟ ਕੀਤੇ ਤੋਂ ਬਚਾਇਆ ਜਾਵੇ ਅਤੇ ਉਹਦੇ ਬਾਰੇ ਕੀ ਹੈ ਜਾਗਰੂਕ ਕਰਵਾਇਆ ਜਾਵੇ, ਅਵੇਅਰਨੈਸ ਕੈਂਪ ਲਗਾਏ ਜਾਣ ਨੈਸ਼ਨਲ ਅਤੇ ਇੰਟਰਨੈਸ਼ਨਲ ਸਰਵਿਸ ਦੇ ਵਿੱਚ, ਤਾਂ ਜੋ ਜਿਹੜੇ ਆਪਣੇ ਕੋਲੇ ਨਿਊ ਆਪਣੇ ਕੋਲੇ ਅਵੇਅਰਨੈਸ ਦੇ ਕੈਂਪਸ ਨੇ ਉਹ ਲਗਾਉਣ ਦੇ ਨਾਲ ਜਿਹੜੇ ਲੋਕ ਨੇ ਜਾਣੂ ਹੋਣ ਅਤੇ ਉਹਨਾਂ ਦੇ ਪ੍ਰਤੀ ਜਿਹੜੀਆਂ ਆਪਣੇ ਕੋਲ ਮੇਨ ਚੀਜ਼ਾਂ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਇਨਵਾਇਰਮੈਂਟ ਦੇ ਪ੍ਰਤੀ ਆਪਣੇ ਕੋਲ ਪੌਦੇ ਲਗਾਉਣੇ ਨੇ, ਠੀਕ ਹੈ ਜੀ, ਜਾਂ ਫਿਰ ਆਪਣੇ ਕੋਲ ਮੇਨ ਚੀਜ਼ ਪਲੀਟ ਨਹੀਂ ਕਰਨੀ ਹੈਗੀ, ਜੋਨਪਤ ਨੂੰ ਬਚਾਉਣਾ, ਉਹ ਸਾਰੀਆਂ ਚੀਜ਼ਾਂ ਤੋਂ ਜਾਣੂ ਹੋਣ ਅਤੇ ਆਪਣੇ ਕੋਲੇ ਤਾਂ ਹੀ ਉਹ ਜਿਹੜੇ ਆਪਣੇ ਕੋਲ ਸਾਧਨ ਵਗੈਰਾ ਨੇ ਉਹ ਘੱਟ ਯੂਜ਼ ਕਰ ਸਕਦੇ ਨੇ। ਉਸ ਤੋਂ ਬਾਅਦ ਹੈਗਾ ਸੀ ਮੌਂਟਰੀਅਲ ਕਨਵੈਨਸ਼ਨ ਜੀ, ਮੋਸਟ ਇੰਪੋਰਟੈਂਟ ਹੈ ਇਹ ਟੌਪਿਕ ਤੁਹਾਡਾ। ਜਿਹੜੀ ਆਪਣੇ ਕੋਲ ਮੌਂਟਰੀਅਲ ਕਨਵੈਨਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ, ਦ ਮੌਂਟਰੀਅਲ ਕਨਵੈਨਸ਼ਨ ਐਂਡ ਦ ਕਨਵੈਨਸ਼ਨ ਔਨ ਕਲਾਈਮੇਟ ਚੇਂਜ। ਇਹਦੇ ਵਿੱਚ ਕਲਾਈਮੇਟ ਚੇਂਜ ਸੀ, ਬਾਇਓਡਾਇਵਰਸਿਟੀ ਸੀ ਐਂਡ ਫੋਰੈਸਟ ਅਡੋਪਟ ਐਟ RIOR ਇੰਪੋਰਟੈਂਟ ਲੈਂਡਮਾਰਕ ਇਨ ਦ ਵਰਲਡ ਮੂਵਮੈਂਟ ਫॉर ਸਸਟੇਨੇਬਲ ਡਿਵੈਲਪਮੈਂਟ ਐਂਡ ਇਨਵਾਇਰਮੈਂਟਲ ਪ੍ਰੋਟੈਕਸ਼ਨ। ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਇੰਡੀਆ ਹੈਜ਼ ਅਸੈਪਟਡ these conventions and is taking systematic measures to implement them। and environmental action program funded by ਜਿਹੜਾ ਫੰਡਡ ਕਿਹਦੇ ਦੁਆਰਾ ਹੋਇਆ ਸੀ, UNDP is under implementations। there are 31 scheme for industrial pollution control approved by the World Bank। World Bank ਦੁਆਰਾ 31 ਸਕੀਮਾਂ ਸੀਗੀਆਂ ਜਿਹੜੀਆਂ ਕਿ ਇੰਡਸਟਰੀਅਲ ਪੋਲਿਊਸ਼ਨ ਨੂੰ ਰੋਕਦੀਆਂ ਸੀਗੀਆਂ, involving of USA $105 million on the anvil are common influent plants for the small industry located in the cluster, the big plants being looked after individually। 17th grossly polluting industry have been identified for environment control within a time schedule। ਮਤਲਬ ਇਹਦੇ ਵਿੱਚ ਜਿੰਨੀਆਂ ਵੀ ਆਪਣੇ ਕੋਲ ਹੈਗੀਆਂ ਸੀ ਉਹ ਸਾਰੀਆਂ ਕੀ ਸੀ, ਇੱਕ ਅੱਕੜ ਦੇ ਨੀਚੇ ਸੀ, ਜਿਵੇਂ UNDP ਸੀ ਉਹਦੇ ਅੰਡਰ ਦੇ ਨੀਚੇ ਸੀ, ਅਤੇ ਉਹਨਾਂ ਨੇ ਮੇਨ ਚੀਜ਼ ਰੱਖੀ ਸੀ ਵੀ ਜਿਹੜੀ ਵੀ ਇੰਡਸਟਰੀ ਕੰਮ ਕਰੂਗੀ ਇਸ ਤੋਂ ਜ਼ਿਆਦਾ ਉਹਦਾ ਪੋਲਿਊਸ਼ਨ ਨਹੀਂ ਹੋਣਾ ਚਾਹੀਦਾ, ਤਾਂ ਉਹ ਕੀ ਸੀਗੀ ਆਪਣੇ ਕੋਲ ਸਾਰੀ ਚੀਜ਼ ਚੈੱਕ ਕਰਦੀ ਸੀ। ਇਸ ਕੀ ਆਪਣੀ ਮੌਨੀਟਰੀਅਲ ਕਨਵੈਨਸ਼ਨ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਮੇਜਰ ਇਨੀਸ਼ੀਏਟਿਵਸ for certain category of industry prior environmental clearance is the compulsory before they can be set up। in regard to transport pollution apart from conventions measures population free engines are being designed। free engines ਮਤਲਬ ਕਿ ਉੱਦਾਂ ਦੇ ਇੰਜਨ ਜਿਵੇਂ CNG ਗੈਸ ਦੇ ਉੱਤੇ ਇੰਜਨਸ ਰੈਡੀ ਕੀਤੇ ਗਏ ਜਿਨ੍ਹਾਂ ਦੇ ਨਾਲ ਕੀ ਆ ਕੋਈ ਵੀ ਪੋਲਿਊਸ਼ਨ ਨਹੀਂ ਹੋਏਗਾ। Population free engines are being designed, some of which have already been introduced for 2-wheelers, 3-wheeler and some of the popular cars। ਜਿਹਦੇ ਵਿੱਚ 2-wheeler ਵੀ ਸੀਗੇ, 3-wheeler ਵੀ ਸੀ ਤੇ ਕੁਝ ਕੁ ਕਾਰ ਸੀਗੀਆਂ। A national forestry plan is in progress। environment bridge, afforestation bridge and ecological task force have been organized by non-government organization NGOs। ਹੁਣ ਅਲੱਗ-ਅਲੱਗ NGOs ਚਲਾਈਆਂ ਗਈਆਂ ਸੀ ਜਿਹੜੀਆਂ ਕੀ ਕਰਦੀਆਂ ਸੀਗੀਆਂ, ਪੋਲਿਊਸ਼ਨ ਨੂੰ ਕੰਟਰੋਲ ਕਰਦੀਆਂ ਸੀ। ਪੋਲਿਊਸ਼ਨ ਨੂੰ ਕੰਟਰੋਲ ਕਰਕੇ ਆਪਣਾ ਮੇਨ ਚੀਜ਼ ਕੀ ਜੋ ਉਹਨਾਂ ਦਾ ਮੁੱਦਾ ਸੀ ਅਵੇਅਰਨੈਸ ਕੈਂਪ ਦਾ, ਆਪਣੇ ਕੋਲ ਅਵੇਅਰਨੈਸ ਕੈਂਪਸ ਤੋਂ ਜਾਣੂ ਕਰਵਾਉਂਦੇ ਸੀਗੇ ਲੋਕਾਂ ਨੂੰ, ਜਿਹਦੇ ਵਿੱਚ ਆਪਣੇ ਕੋਲ 75 ਨੈਸ਼ਨਲ ਕੀ ਸੀਗੀਆਂ, 75 ਨੈਸ਼ਨਲ ਪਾਰਕ ਸੀਗੇ ਅਤੇ 421 ਵਰਲਡ ਲਾਈਫ ਸੈਂਚੁਰੀ ਸੀ। ਇਹਦੇ ਵਿੱਚ ਮਤਲਬ ਕੀ ਆ ਜਿਹੜੇ ਆਪਣੇ ਪੰਛੀ ਸੀਗੇ ਆਪਣੇ ਕੋਲ ਬਰਡਸ ਵਗੈਰਾ ਸੀ ਉਹਨਾਂ ਨੂੰ ਵੀ ਸੰਭਾਲਣ ਦਾ ਕੰਮ ਕੀਤਾ ਗਿਆ ਸੀ ਤਾਂ ਜੋ ਮਤਲਬ ਜਿਹੜੇ ਆਪਣੇ ਯੂ ਵਗੈਰਾ ਨੇ ਉਹ ਵੀ ਬਚਾਏ ਜਾ ਸਕਣ। ਜਿਹੜਾ ਮੇਜਰ ਇਨੀਸ਼ੀਏਟਿਵ ਸੀ ਇਹਦੇ ਵਿੱਚ ਹਰ ਇੱਕ ਚੀਜ਼ ਇਨਵੋਲਵਮੈਂਟ ਕੀਤੀ ਗਈ ਸੀ ਇਨਵਾਇਰਮੈਂਟ ਦੇ ਰਿਲੇਟਡ ਜਿਹੜੀ ਚੀਜ਼ ਜੁੜੀ ਹੋਈ ਸੀਗੀ ਆਪਣੇ ਕੋਲ। ਲਾਸਟ ਪੁਆਇੰਟ ਹੈਗਾ ਜੀ ਤੁਹਾਡਾ ਮੇਜਰਸ ਟੇਕਨ ਇਨ ਇੰਡੀਆ। ਇੰਡੀਆ ਦੇ ਵਿੱਚ ਕੀ ਚੀਜ਼ ਲਿੱਤੀ ਗਈ ਸੀ ਆਪਣੇ ਕੋਲ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ। ਇਨਵਾਇਰਮੈਂਟ ਕੋਰਟਸ ਦੇ ਫੈਸਲੇ ਸੀਗੇ ਆਪਣੇ ਕੋਲੇ, ਇਨਵਾਇਰਮੈਂਟਲ ਫਰੈਂਡਲੀ ਪ੍ਰੋਡਕਟ ਸੀਗੇ, ਮਤਲਬ ਕੀ ਆ ਜਿਸ ਤਰ੍ਹਾਂ ਆਪਾਂ ਸੋਲਰ ਕਹਿ ਦਈਏ, ਠੀਕ ਆ, ਪੌਣ ਚੱਕੀਆਂ ਕਹਿ ਦਈਏ, ਤਾਂ ਇਹ ਕਿਸੇ ਇਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਸੀਗੇ ਜਿਨ੍ਹਾਂ ਨਾਲ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਸੀਗਾ। ਅਨਲੀਡਿੰਗ ਆਫ ਪੈਟਰੋਲ, ਹੁਣ ਆਪਣੇ ਕੋਲ ਪੈਟਰੋਲ ਦੀ ਮਾਤਰਾ ਘੱਟ ਕੀਤੀ ਗਈ ਸੀ। ਬੈਨ ਔਰ ਹਾਰਮਫੁਲ ਪੈਸਟੀਸਾਈਡਸ ਮਤਲਬ ਜਿਹੜੀਆਂ ਖਾਦਾਂ ਸੀਗੀਆਂ ਜਿਵੇਂ ਹੁਣ ਸੌਰੀ ਗਾਇਸ ਇੱਕ ਮਿੰਟ,
ਜਿਹੜੀਆਂ ਵੀ ਖੇਤਾਂ ਦੇ ਵਿੱਚ ਖਾਦਾਂ ਪਾਈਆਂ ਜਾਂਦੀਆਂ ਸੀਗੀਆਂ ਪੈਸਟੀਸਾਈਡਸ, ਉਹ ਕੀ ਕਰਦੀਆਂ ਸੀ, ਹਵਾ ਦੇ ਨਾਲ ਉੱਡ ਕੇ ਮਤਲਬ ਨਹਿਰਾਂ ਵਗੈਰਾ 'ਚ ਗਿਰ ਜਾਂਦੀਆਂ ਸੀ, ਜਿਹਦੇ ਨਾਲ ਜਿਹੜਾ ਉਹਦਾ ਦਾ ਪਾਣੀ ਹੁੰਦਾ ਸੀ ਉਹ ਪਲੀਟ ਹੁੰਦਾ ਸੀ। ਤਾਂ ਇੱਦਾਂ ਦੀ ਜਿਹੜੇ ਪੈਸਟੀਸਾਈਡ ਸੀ ਉਹਨਾਂ ਨੂੰ ਰੋਕਿਆ ਗਿਆ ਯੂਜ਼ ਕਰਨ ਵਾਸਤੇ। ਉਸ ਤੋਂ ਬਾਅਦ ਕਿਸੇ ਨੈਸ਼ਨਲ ਵੇਸਟ ਮੈਨੇਜਮੈਂਟ ਕੌਂਸਲ ਸੀ ਜਿਹੜੀ, ਉਹਨੂੰ ਵੀ ਕਿਹਾ ਗਿਆ ਮਤਲਬ ਕਿ ਜਿਹੜਾ ਫੈਕਟਰੀਆਂ ਦਾ ਗੰਦ ਮੰਦ ਆ ਉਹ ਨਹਿਰਾਂ ਵਿੱਚ ਨਹੀਂ ਸੁੱਟਿਆ ਜਾਊਗਾ, ਉਹਨੂੰ ਦਬਾਇਆ ਜਾਏਗਾ। ਪਬਲਿਕ ਲਾਇਬਿਲਿਟੀ ਇੰਸ਼ੋਰੈਂਸ ਉਹਨਾਂ ਨੂੰ ਪਬਲਿਕ ਨੂੰ ਸੰਭਾਲਿਆ ਗਿਆ। ਪੋਲਿਊਸ਼ਨ ਬਾਈ ਮੋਟਰ ਵਹੀਕਲਸ ਹੋ ਗਿਆ, ਹੋਟਲ ਨੀਅਰ ਸੀ ਸ਼ੋਰ ਹੋ ਗਿਆ, ਨੈਸ਼ਨਲ ਰਿਵਰ ਐਕਸ਼ਨ ਪਲਾਨ ਹੋ ਗਿਆ, ਸੋਲਰ ਐਨਰਜੀ ਕਮਿਸ਼ਨ ਹੋ ਗਿਆ, ਨੋ ਸਮੋਕਿੰਗ ਇਨ ਪਬਲਿਕ ਪਲੇਸਿਸ ਦੇ ਉੱਤੇ ਸਮੋਕਿੰਗ ਕੀ ਹੈ ਪ੍ਰੋਪਰ ਚੰਗੀ ਤਰ੍ਹਾਂ ਬੈਨ ਕਰ ਦਿੱਤੀ ਸੀ। ਤਾਂ ਮਤਲਬ ਕੀ ਹੈ ਜਿਹੜੀ ਮੇਜਰ ਸਟੇਕ ਨੇ ਇੰਡੀਆ ਦੇ ਵਿੱਚ ਇਹ ਚੀਜ਼ ਆਊਗੀ ਵੀ ਜਿਹੜੇ ਇੰਡੀਆ ਨੇ ਉਹਨੇ ਕੀ ਸਟੈਪ ਅਪਣਾਏ ਸੀ ਇਨਵਾਇਰਮੈਂਟ ਨੂੰ ਸੇਫ ਕਰਨ ਵਾਸਤੇ। ਤਾਂ ਪੂਰੇ ਇਨਵਾਇਰਮੈਂਟ ਦੇ ਟੌਪਿਕ ਦੇ ਵਿੱਚ ਆਪਾਂ ਜਸਟ ਇਹੀ ਚੀਜ਼ ਰੀਡ ਆਊਟ ਕੀਤੀ ਹੈ ਵੀ ਇਨਵਾਇਰਮੈਂਟ ਕੀ ਸੀ, ਇਨਵਾਇਰਮੈਂਟ ਨੂੰ ਕਿੱਦਾਂ ਸੇਵ ਕੀਤਾ ਗਿਆ ਸੀ, ਜਾਂ ਇਨਵਾਇਰਮੈਂਟ ਦੇ ਵਿੱਚ ਜਿਹੜੇ ਗੰਦ ਸੀ ਉਹ ਕਿਵੇਂ ਆਇਆ ਆਪਣੇ ਕੋਲੇ। ਮੇਨ ਟੌਪਿਕ ਨੇ ਜਿਹੜੇ ਤੁਹਾਡੇ MCQs ਕੁਐਸਚਨ ਨੇ ਉਹ ਵੀ ਇਹਦੇ ਬੇਸ ਤੇ ਹੀ ਰਹਿਣਗੇ ਤੁਹਾਨੂੰ। ਜਿਸ ਤਰ੍ਹਾਂ ਫਸਟ ਕੁਐਸਚਨ ਕੀ ਆ, ਇਨ ਵਿਚ ਈਅਰ ਵਾਜ਼ ਹੈਲਡ ਦਾ ਫਸਟ ਅਰਥਸ ਸਮਿਟ। ਤਾਂ ਉਹਨੇ ਕਦੋਂ ਕੀਤਾ ਗਿਆ ਸੀ ਹੈਲਡ, 1990, 1991, 1994 ਕਿ 1992। ਜੋ ਚੀਜ਼ ਆਪਾਂ ਰੀਡ ਆਊਟ ਕੀਤੀ ਹੈ ਵਿੱਚ ਸੇਮ ਉਸ ਦੇ ਬੇਸ ਤੇ ਹੀ ਤੁਹਾਡੇ MCQs ਕੁਐਸਚਨਸ ਹੋਣਗੇ। ਓਕੇ ਗਾਇਸ, ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਐਂਡ ਥੈਂਕ ਯੂ।